ਹੈਲੋ ਦੋਸਤੋ, ਅੱਜ ਆਪਾਂ ਅਜ਼ਿਊਮਡ ਮੀਨ ਮੈਥਡ, ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਕਾਲਪਨਿਕ ਮੱਧਮਾਨ ਵਿਧੀ ਵੀ ਆਖਦੇ ਹਾਂ, ਉਸ ਦੇ ਨਾਲ ਮੀਨ ਤੇ ਮੱਧਮਾਨ ਪਤਾ ਕਰਨਾ ਸਿੱਖਾਂਗੇ। ਕੁਐਸਚਨ ਲੈ ਲੈਂਦੇ ਆਪਾਂ। ਸੋ ਤੁਹਾਡੀ ਸਕਰੀਨ ਦੇ ਉੱਤੇ ਕੁਐਸਚਨ ਆ ਰਿਹਾ ਹੈ, ਜਿਸ ਦੇ ਵਿੱਚ ਕੁਝ ਕਾਲਮਸ ਗਿਵਨ ਨੇ, ਕੁਝ ਕਾਲਮਸ ਬਲੈਂਕ ਨੇ। ਸੋ ਜੋ ਫਸਟ ਦੋ ਕਾਲਮਸ ਨੇ, ਕਲਾਸ ਇੰਟਰਵਲ ਅਤੇ ਫਰੀਕੁਐਂਸੀ, ਇਹ ਤੁਹਾਨੂੰ ਤੁਹਾਡੀ ਕੁਐਸਚਨ ਦੇ ਵਿੱਚ ਜਾਂ ਪ੍ਰੋਬਲਮ ਦੇ ਵਿੱਚ ਗਿਵਨ ਹੋਏਗਾ। ਅਤੇ ਮੇ ਬੀ ਸਮ ਆਫ ਫਰੀਕੁਐਂਸੀਜ਼, ਜੋ ਫਰੀਕੁਐਂਸੀ ਜੋ ਤੁਹਾਡੀ ਬਾਰੰਬਾਰਤਾ ਹੈ, ਉਸ ਦਾ ਜੋੜ ਵੀ ਤੁਹਾਨੂੰ ਗਿਵਨ ਹੋਵੇ। ਜੇਕਰ ਨਹੀਂ ਗਿਵਨ ਹੈ ਤਾਂ ਤੁਸੀਂ ਉਸ ਦਾ ਜੋੜ ਕਰੋਗੇ। ਸੋ ਇਹ ਥੋੜ੍ਹਾ ਜਿਹਾ ਪ੍ਰਤੱਖ ਵਿਧੀ ਦੇ ਨਾਲੋਂ, ਜੋ ਅਸੀਂ ਡਾਇਰੈਕਟ ਮੈਥਡ ਹੈ, ਉਹਦੇ ਨਾਲੋਂ ਥੋੜ੍ਹਾ ਜਿਹਾ ਡਿਫਰੈਂਟ ਹੈ। ਇਸ ਦੀ ਲੋੜ ਕਿਉਂ ਹੈ? ਕਿਉਂਕਿ ਜੋ ਪ੍ਰਤੱਖ ਵਿਧੀ ਹੈ, ਉਸ ਦੇ ਵਿੱਚ ਜੋ ਗੁਣਨਫਲ ਹੈ, ਜਦੋਂ ਅਸੀਂ ਗੁਣਾ ਕਰਦੇ ਹਾਂ ਨੰਬਰਾਂ ਨੂੰ, ਪ੍ਰੋਡਕਟ ਲੈਂਦੇ ਹਾਂ, ਤਾਂ ਕਈ ਵਾਰ ਉਹ ਜੋ ਗੁਣਾ ਹੈ, ਉਹਨਾਂ ਦਾ ਵੈਲਿਊ ਜਿਹੜੀ, ਉਹਨਾਂ ਦਾ ਮੁੱਲ ਜਿਹੜਾ ਹੈ, ਉਹ ਕਾਫੀ ਵੱਡਾ ਹੋ ਜਾਂਦਾ ਹੈ। ਸੋ ਉਹ ਕੁਐਸਚਨ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈ, ਅਤੇ ਉਸ ਪ੍ਰੋਡਕਟ ਨੂੰ ਛੋਟਾ ਕਰਨ ਦੇ ਲਈ ਅਸੀਂ ਕਾਲਪਨਿਕ ਮੱਧਮਾਨ ਜਾਂ ਅਜ਼ਿਊਮਡ ਮੀਨ ਮੈਥਡ ਵਰਤਦੇ ਹਾਂ। ਸੋ ਅਜ਼ਿਊਮਡ ਮੀਨ ਦੇ ਲਈ ਸਭ ਤੋਂ ਪਹਿਲਾਂ ਫਸਟ ਸਟੈਪ, ਜੋ ਅਸੀਂ ਪ੍ਰਤੱਖ ਵਿਧੀ ਦੇ ਵਿੱਚ ਵੀ ਲਾਇਆ ਸੀ ਗਰੁੱਪਡ ਡਾਟੇ ਦੇ ਲਈ, ਕਿ ਸਾਨੂੰ ਐਕਸਰਸਾਈਜ਼ ਦੀ ਲੋੜ ਹੈ, ਕਲਾਸ ਮਾਰਕ। ਸੋ ਕਲਾਸ ਮਾਰਕ ਦੇ ਲਈ ਅਸੀਂ ਕੀ ਕਰਦੇ ਹਾਂ, ਲੋਅਰ ਲਿਮਿਟ ਅਤੇ ਅੱਪਰ ਲਿਮਿਟ, ਜੋ ਕਲਾਸ ਇੰਟਰਵਲ ਦੀਆਂ ਦੋ ਲਿਮਿਟਸ ਨੇ, ਉਹਨਾਂ ਦੋਨਾਂ ਨੂੰ ਐਡ ਕਰਦੇ ਹਾਂ। 100 150, 100 + 150 is 250, ਅਤੇ ਉਸ ਦਾ ਕੀ ਕਰਦੇ ਹਾਂ, ਹਾਫ। 250 ਦਾ ਹਾਫ ਕੀ ਆਏਗਾ ਸਾਡੇ ਪਾਸ, 125। ਇਹ ਜੋ ਟਰਮ ਹੈ, ਇਹਨਾਂ ਦੋਨੇ ਟਰਮਸ ਦੇ ਬਿਲਕੁਲ ਇਨ ਬਿਟਵੀਨ ਹੋਣੀ ਚਾਹੀਦੀ ਹੈ, ਵਿਚਕਾਰ ਹੋਣੀ ਚਾਹੀਦੀ ਹੈ ਕਲਾਸ ਮਾਰਕ। ਸੋ ਦੂਸਰੇ ਇੰਟਰਵਲ ਦਾ ਕਲਾਸ ਮਾਰਕ ਕੀ ਹੋਏਗਾ? ਇਹਨਾਂ ਸਾਰਿਆਂ ਦਾ ਸਾਈਜ਼ ਸੇਮ ਹੈ, 50 ਹੈ, 50 ਹੈ। ਸੋ ਇਹਦੇ ਵਿੱਚ ਅਸੀਂ 50 ਐਡਅਪ ਕਰਦੇ ਚਲੇ ਜਾਵਾਂਗੇ, 175, 225, 275 ਐਂਡ 325। ਇਹ ਜੋ ਅਸੀਂ 50 ਐਡ ਕੀਤਾ ਹੈ, ਇਹ ਉਦੋਂ ਹੀ ਪੋਸੀਬਲ ਹੈ ਜੇਕਰ ਕਲਾਸ ਇੰਟਰਵਲ ਦਾ ਜੋ ਸਾਈਜ਼ ਹੈ ਉਹ ਸੇਮ ਹੈ, 50 50 50। ਅਦਰਵਾਈਜ਼ ਤੁਹਾਨੂੰ ਅੱਪਰ ਲਿਮਿਟ ਅਤੇ ਲੋਅਰ ਲਿਮਿਟ ਨੂੰ ਐਡ ਕਰਕੇ ਅਤੇ ਫਿਰ 2 ਦੇ ਨਾਲ ਡਿਵਾਈਡ ਕਰਕੇ ਕਲਾਸ ਮਾਰਕ XI ਪਤਾ ਕਰਨਾ ਪਏਗਾ। ਸੋ ਪ੍ਰਤੱਖ ਵਿਧੀ ਨਾਲੋਂ ਕਿਵੇਂ ਡਿਫਰੈਂਟ ਹੈ ਡਾਇਰੈਕਟ ਮੈਥਡ ਦੇ ਨਾਲੋਂ? ਡਾਇਰੈਕਟ ਮੈਥਡ ਦੇ ਵਿੱਚ ਅਸੀਂ ਆਪਣੇ XI ਨੂੰ ਡਾਇਰੈਕਟਲੀ FI ਦੇ ਨਾਲ ਮਲਟੀਪਲਾਈ ਕਰ ਦਿੰਦੇ ਸੀ। ਸੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ 12 × 225 ਕਾਫੀ ਵੱਡੀ ਗੁਣਾ ਹੈ। ਸੋ ਇਸ ਨੂੰ ਗੁਣਾ ਕਰਨਾ ਅਤੇ ਬਾਅਦ ਵਿੱਚ ਐਡ ਕਰਨਾ ਥੋੜ੍ਹਾ ਔਖਾ ਹੈ। ਸੋ ਇਸ ਕੁਐਸਚਨ ਨੂੰ ਸੌਖਾ ਕਰਨ ਲਈ ਅਸੀਂ ਕੀ ਕਰਦੇ ਹਾਂ ਕਿ ਆਪਣੇ ਕੋਲੋਂ ਇੱਕ ਨੰਬਰ ਬਿਲਕੁਲ ਸੈਂਟਰ ਦੇ ਵਿੱਚ, ਉਸ ਨੂੰ ਅਸੀਂ ਮੀਨ ਸਪੋਜ਼ ਕਰ ਲੈਂਦੇ ਹਾਂ ਕਿ ਇਹ ਸਾਡੀ ਮੀਨ ਹੈ। ਅਜ਼ਿਊਮ ਕਰ ਲਿਆ ਅਸੀਂ, ਇਹ ਲਿਖਤਾ ਹੈ ਕਿ 225 ਜੋ ਹੈ ਸਾਡੀ ਕਲਪਨਾ ਹੈ, ਅਸੀਂ ਸੋਚ ਲਿਆ ਕਿ ਇਹ ਸਾਡੀ ਮੀਨ ਹੋ ਸਕਦੀ ਹੈ ਨਹੀਂ ਹੈ, ਸਿਰਫ ਅਜ਼ਿਊਮ ਕੀਤਾ ਹੈ, ਸੋਚਿਆ ਹੈ। ਸੋ ਜੋ ਨੈਕਸਟ ਕਾਲਮ ਤੁਸੀਂ ਦੇਖ ਰਹੇ ਹੋ, ਉਹਦੇ ਵਿੱਚ ਅਸੀਂ ਡਿਫਰੈਂਸ ਲੈਣਾ ਹੈ, D ਫॉर ਡਿਫਰੈਂਸ। XI - A, ਹਰ ਕਲਾਸ ਮਾਰਕ ਦੇ ਵਿੱਚੋਂ ਅਸੀਂ 225 ਨੂੰ ਮਾਈਨਸ ਕਰਨਾ ਹੈ। ਸੋ 125 - 225, 125 - 225, ਦਿਸ ਇਜ਼ -100। ਕੀ ਕੀਤਾ ਅਸੀਂ ਇੱਥੇ? ਅਸੀਂ XI ਦੇ ਵਿੱਚੋਂ 125 ਦੇ ਵਿੱਚੋਂ 225 ਨੂੰ ਸਬਟਰੈਕਟ ਕੀਤਾ ਹੈ, ਘਟਾਓ ਕੀਤਾ ਹੈ। ਇਸੇ ਤਰ੍ਹਾਂ ਸੈਕੰਡ ਸਟੈਪ ਦੇ ਵਿੱਚ 175 ਦੇ ਵਿੱਚੋਂ 225 ਨੂੰ ਅਸੀਂ ਘਟਾਓ ਕਰਾਂਗੇ ਅਤੇ ਸਾਡੇ ਪਾਸ ਕਿੰਨਾ ਆ ਰਿਹਾ, -50। 225 ਦੇ ਵਿੱਚੋਂ ਇਸੇ ਕਲਾਸ ਮਾਰਕ ਨੂੰ 225 ਨੂੰ ਮਾਈਨਸ ਕਰਾਂਗੇ ਤਾਂ ਆਨਸਰ ਕੀ ਹੈਗਾ ਸਾਡੇ ਕੋਲ, 0। XI, ਇਹ ਸਾਡਾ XI ਹੈ 225, ਅਤੇ ਸਾਡੀ A ਅਜ਼ਿਊਮਡ ਮੀਨ ਵੀ ਕੀ ਹੈ, 225 ਹੀ ਹੈ। ਸੋ 225 - 225 ਕੀ ਆਏਗਾ, 0। ਸੋ 275 - 225, 50। 325 - 225, 100। ਜੇਕਰ ਤੁਸੀਂ ਦੇਖੋਗੇ ਜੋ ਸਾਡਾ ਕੁਐਸਚਨ ਹੈ, ਉਹਦੇ ਵਿੱਚ ਜ਼ਿਆਦਾ ਜੋ ਟਰਮਸ ਨੇ ਉਹ 0 ਵਾਲੀਆਂ ਨੇ,
ਸੋ ਸਾਨੂੰ ਜੋ ਪ੍ਰੋਡਕਟ ਲੈਣਾ ਹੈ, ਅਸੀਂ ਜੋ ਮਲਟੀਪਲਾਈ ਕਰਨਾ ਹੈ, ਉਹ ਸਾਡਾ ਥੋੜ੍ਹਾ ਈਜ਼ੀ ਹੋ ਜਾਏਗਾ। ਪ੍ਰੋਡਕਟ ਲੈਂਦੇ ਅਸੀਂ FI ਇੰਟੂ DI। ਸੋ 4 ਇੰਟੂ 100 ਈਜ਼ੀ ਹੈ, -400, 4 ਗੁਣਾ -100 -400, 5 ਗੁਣਾ 50, ਇਹ ਹੈਗਾ ਸਾਡੇ ਪਾਸ 200, 0 ਗੁਣਾ 12 0, 2 ਗੁਣਾ 50 100, 2 ਗੁਣਾ 100 200। ਸੋ ਨੈਗੇਟਿਵ ਵਾਲੇ ਅਸੀਂ ਅਲੱਗ ਜੋੜ ਲਾਂਗੇ, ਪੋਜ਼ੀਟਿਵ ਵਾਲੇ ਅਸੀਂ ਅਲੱਗ ਜੋੜ ਲਾਂਗੇ, ਦੋਵਾਂ ਦਾ ਅੰਤਰ ਨੀਚੇ ਜੋ ਵੀ ਟੋਟਲ ਆਉਂਦਾ ਉਹ ਲਵਾਂਗੇ। ਸੋ 400 250, ਇਹ ਸਾਡੇ ਕੋਲ ਕਿੰਨਾ ਆ ਗਿਆ -650। ਇਸੇ ਤਰ੍ਹਾਂ ਇਹ ਸਾਡੇ ਕੋਲ ਕਿੰਨੇ ਬਣੇ 300। ਸੋ ਅਸੀਂ ਟੋਟਲ ਕਰਦੇ ਹਾਂ ਜੀ ਫਰੀਕੁਐਂਸੀਜ਼ ਦਾ ਅਤੇ FI DI ਦਾ। ਸੋ ਫਰੀਕੁਐਂਸੀ ਦਾ ਸਮ ਆਲਰੇਡੀ ਸਾਨੂੰ ਕੁਐਸਚਨ ਦੇ ਵਿੱਚ ਗਿਵਨ ਹੈ, ਕਿੰਨਾ ਹੈ 25, ਅਤੇ FI DI ਦਾ ਸਮ ਕਰਾਂਗੇ, ਸਮੇਸ਼ਨ FI DI ਇਕੁਅਲਸ -650 + 300 -650 + 300। ਸੋ ਸਾਡੇ ਪਾਸ ਆਂਸਰ ਕੀ ਆਏਗਾ -350। ਸੋ ਮੀਨ ਦਾ ਫਾਰਮੂਲਾ ਕੀ ਹੁੰਦਾ ਹੈ, ਮੀਨ ਇਜ਼ ਇਕੁਅਲ ਟੂ, ਜੋ ਡਾਇਰੈਕਟ ਮੈਥਡ ਉਹਦੇ ਵਿੱਚ ਅਸੀਂ ਲਿਆ ਸੀ ਸਮੇਸ਼ਨ FI XI, ਪਰ ਇਸ ਵਾਰ ਸਾਡੇ ਪਾਸ ਕੀ ਹੈ FI DI ਡਿਫਰੈਂਸ ਓਵਰ ਸਮੇਸ਼ਨ FI। ਬਟ ਅਸੀਂ ਇਸ ਮੈਥਡ ਦੇ ਵਿੱਚ ਇੱਕ ਨੰਬਰ ਨੂੰ ਸਬਟਰੈਕਟ ਕੀਤਾ ਹੈ, ਦੈਟ ਇਜ਼ A। ਅਸੀਂ ਅਜ਼ਿਊਮਡ ਜੋ ਕੀਤੀ ਸੀ ਮੀਨ, ਉਸ ਨੂੰ ਹਰ XI ਦੇ ਵਿੱਚੋਂ ਮਾਈਨਸ ਕੀਤਾ ਹੈ। ਸੋ ਫਿਰ ਇਸ ਫਾਰਮੂਲੇ ਦੇ ਵਿੱਚ ਅਸੀਂ ਉਸ A ਨੂੰ ਐਡ ਵੀ ਕਰਾਂਗੇ। ਸੋ ਸਾਡਾ ਫਾਰਮੂਲਾ ਬਣ ਜਾਂਦਾ ਹੈ A + ਸਮੇਸ਼ਨ FI DI ਓਵਰ ਸਮੇਸ਼ਨ FI। ਸੋ ਇਹ ਸਾਡਾ ਕਿੰਨਾ ਹੈ 225 225 ਪਲੱਸ ਸਮੇਸ਼ਨ FI DI -350 350 ਓਵਰ ਸਮੇਸ਼ਨ FI ਸਾਡੇ ਪਾਸ ਕਿੰਨਾ ਹੈ 25। ਸੋ ਇਹ ਕੈਂਸਲ ਆਊਟ ਹੋ ਜਾਣਗੇ ਜਦੋਂ ਅਸੀਂ 350 ਨੂੰ 25 ਦੇ ਨਾਲ ਡਿਵਾਈਡ ਕਰਾਂਗੇ। ਸੋ ਕੀ ਆਏਗਾ ਸਾਡੇ ਪਾਸ -225 ਪਲੱਸ -14। ਸੋ 225 ਦੇ ਵਿੱਚੋਂ -14, ਸੋ ਸਾਡੇ ਪਾਸ ਕੀ ਆਂਸਰ ਆ ਰਿਹਾ 225 -14 ਇਕੁਅਲਸ 211। ਸਾਡੀ ਇਹ ਕੀ ਹੈ ਜੀ ਮੀਨ X ਬਾਰ। ਸੋ ਇਸੇ ਤਰ੍ਹਾਂ ਦਾ ਇੱਕ ਕੁਐਸਚਨ ਹੋਰ ਲੈ ਲੈਂਦੇ ਆਪਾਂ। ਸੋ ਨੈਕਸਟ ਕੁਐਸਚਨ ਜਿਹੜਾ ਹੈ ਤੁਹਾਡੀ ਸਕਰੀਨ 'ਤੇ ਡਿਸਪਲੇ ਹੋ ਰਿਹਾ ਹੈ। ਸੋ ਪਹਿਲਾਂ ਵਾਲੇ ਸਟੈਪ ਫੋਲੋ ਕਰਾਂਗੇ। ਸਭ ਤੋਂ ਪਹਿਲਾਂ ਜੋ ਸਾਡਾ ਕੰਟੀਨਿਊਸ ਡਾਟਾ ਹੈ, ਜੋ ਸਾਡੇ ਵਰਗ ਅੰਤਰਾਲ ਨੇ, ਕਲਾਸ ਇੰਟਰਵਲ ਹੈ, ਇਸ ਦੀ ਅਸੀਂ ਕਲਾਸ ਮਾਰਕ ਪਤਾ ਕਰਾਂਗੇ। ਸੋ ਉਹਦੇ ਲਈ ਕੀ ਕਰਦੇ ਹਾਂ, ਲੋਅਰ ਲਿਮਿਟ ਅਤੇ ਅੱਪਰ ਲਿਮਿਟ ਨੂੰ ਐਡ ਅਪ ਕਰਦੇ ਹਾਂ 100 + 120। ਸੋ ਇਹ ਹੋ ਗਿਆ ਸਾਡੇ ਪਾਸ 220, ਅਤੇ ਉਸ ਦਾ ਅਸੀਂ ਹਾਫ ਕਰਦੇ ਹਾਂ 110। ਜੇ ਸਾਡਾ ਵਰਗ ਚਿੰਨ੍ਹ ਹੈ ਉਹ ਬਿਲਕੁਲ ਇਸ ਦੇ ਸੈਂਟਰ 'ਚ, ਇਹਨਾਂ ਦੋਵਾਂ ਦੇ ਹਾਫ ਸੈਂਟਰ ਦੇ ਵਿੱਚ ਆਉਣਾ ਚਾਹੀਦਾ ਹੈ। ਸੋ ਜੇ ਅਸੀਂ ਧਿਆਨ ਨਾਲ ਦੇਖੀਏ, ਸਾਰੇ ਜੋ ਸਾਡੇ ਕਲਾਸ ਇੰਟਰਵਲ ਨੇ ਉਹਨਾਂ ਦਾ ਸਾਈਜ਼ ਕੀ ਹੈ 20 ਹੈ, 20 ਦਾ ਫਰਕ ਹੈ ਸਾਡੇ ਪਾਸ। ਸੋ ਅਸੀਂ ਇੱਥੇ ਵੀ 20 ਐਡ ਅਪ ਕਰਦੇ ਜਾਵਾਂਗੇ 130 150 170 190। ਸੋ ਜਿਸ ਤਰ੍ਹਾਂ ਸਾਡੇ ਮੈਥਡ ਦੇ ਨਾਂ ਤੋਂ ਕਲੀਅਰ ਹੈ, ਅਜ਼ਿਊਮਡ ਮੀਨ ਮੈਥਡ, ਕਾਲਪਨਿਕ ਮੱਧਮਾਨ ਵਿਧੀ। ਸੋ ਅਸੀਂ ਬਿਲਕੁਲ ਸੈਂਟਰ ਦੇ ਵਿੱਚ ਆਪਣੇ XI ਨੂੰ ਇਹ ਮੰਨ ਲੈਂਦੇ ਹਾਂ, ਅਜ਼ਿਊਮ ਕਰ ਲੈਂਦੇ ਹਾਂ ਕਿ ਇਹ ਸਾਡੀ ਮੱਧਮਾਨ ਹੈ, ਇਹ ਸਾਡੀ ਮੀਨ ਹੈ। ਅਤੇ ਕੈਲਕੂਲੇਸ਼ਨ ਨੂੰ ਈਜ਼ੀ ਕਰਨ ਲਈ ਨੈਕਸਟ ਸਟੈਪ ਦੇ ਵਿੱਚ ਅਸੀਂ DI ਡਿਫਰੈਂਸ ਲਵਾਂਗੇ
ਹਰ xi ਦੇ ਵਿੱਚੋਂ a ਨੂੰ ਕੀ ਕਰਾਂਗੇ ਮਾਈਨਸ ਕਰਾਂਗੇ xi ਮਾਈਨਸ 150 ਕਰਾਂਗੇ ਹਰ ਸਟੈਪ ਦੇ ਵਿੱਚ। ਸੋ 110 ਮਾਈਨਸ 150 ਕਿੰਨਾ ਫਰਕ ਹੈ -40। 130 ਮਾਈਨਸ 150 ਇਹ ਕੀ ਆ ਗਿਆ ਸਾਡੇ ਪਾਸ -20। ਸੋ 150 ਮਾਈਨਸ 150 150 ਦੇ ਵਿੱਚੋਂ ਇੱਥੇ 150 ਮਾਈਨਸ 150 ਕੀ ਹੈਗਾ ਸਾਡੇ ਕੋਲ 0। 170 ਮਾਈਨਸ 150 ਕੀ ਹੈਗਾ ਸਾਡੇ ਪਾਸ 20। ਇਸੇ ਤਰ੍ਹਾਂ 190 ਮਾਈਨਸ 150 ਕੀ ਹੈਗਾ ਸਾਡੇ ਪਾਸ 40। ਸੋ ਸਾਡਾ ਜਿਹੜਾ ਕੁਐਸਚਨ ਹੈ ਜੋ ਸਾਡੀ ਥੋੜ੍ਹਾ ਜਿਹਾ ਈਜ਼ੀ ਹੋ ਗਿਆ ਹੈ, ਪ੍ਰੋਡਕਟ ਲੈਣਾ ਸਾਡਾ ਆਸਾਨ ਹੋ ਜਾਏਗਾ। ਸੋ ਅਸੀਂ ਫਰੀਕੁਐਂਸੀ ਨੂੰ ਡਿਫਰੈਂਸ ਦੇ ਨਾਲ ਮਲਟੀਪਲਾਈ ਕਰਾਂਗੇ, ਇਹ ਸਾਡੀ FI ਹੈ। ਸੋ 12 × 4 ਨਾਲ 0 ਮਾਈਨਸ 480। 14 × 2 280। 8 × 0 0। 6 × 2 120। 10 × 40 400। ਸੋ ਨੈਗੇਟਿਵ ਟਰਮਸ ਅਸੀਂ ਅਲੱਗ ਐਡ ਅਪ ਕਰ ਲੈਂਦੇ ਹਾਂ, ਪੋਜ਼ੀਟਿਵ ਟਰਮਸ ਅਸੀਂ ਅਲੱਗ ਐਡ ਅਪ ਕਰ ਲੈਂਦੇ ਹਾਂ। ਸੋ ਇਹ ਸਾਡੇ ਪਾਸ ਹੈ ਜੀ 0 886 ਮਾਈਨਸ 760। ਇਸੇ ਤਰ੍ਹਾਂ ਅਸੀਂ ਇਹਨੂੰ ਐਡ ਕਰ ਲੈਂਦੇ ਹਾਂ, ਸਾਡੇ ਪਾਸ ਇਹ ਹੈ 520। ਸੋ ਫਰੀਕੁਐਂਸੀਜ਼ ਦਾ ਤੇ FIDI ਦਾ ਅਸੀਂ ਸਮ ਪਤਾ ਕਰਾਂਗੇ। ਸਮੇਸ਼ਨ FIDI ਇਕੁਅਲਸ ਮਾਈਨਸ 760 ਪਲੱਸ 520 ਕਿੰਨਾ ਹੈਗਾ ਸਾਡੇ ਪਾਸ, ਇਹਦੇ ਵਿੱਚ ਡਿਫਰੈਂਸ ਹੈ 240 ਮਾਈਨਸ 240। ਫਰੀਕੁਐਂਸੀ ਦਾ ਸਮ ਸਾਨੂੰ ਆਲਰੇਡੀ ਗਿਵਨ ਹੈ, ਦੈਟ ਇਜ਼ 50। ਫਾਰਮੂਲਾ ਲਿਖ ਲੈਂਦੇ ਹਾਂ ਮੀਨ ਦਾ। ਸੋ ਮੀਨ ਇਜ਼ ਇਕੁਅਲ ਜੋ ਸਾਡੀ ਡਾਇਰੈਕਟ ਵਿਧੀ ਹੈ ਉਸ ਦੇ ਵਿੱਚ ਅਸੀਂ ਸਮੇਸ਼ਨ FI ਯੂਜ਼ ਕਰਦੇ ਹਾਂ, ਬਟ ਇੱਥੇ ਅਸੀਂ DI ਪਤਾ ਕਰਿਆ, ਸੋ ਅਸੀਂ DI ਯੂਜ਼ ਕਰਾਂਗੇ। FIDI ਸਮੇਸ਼ਨ FIDI ਓਵਰ ਸਮੇਸ਼ਨ FI। ਅਸੀਂ ਅਜ਼ਿਊਮਡ ਮੀਨ A ਨੂੰ ਹਰ ਵਰਗ ਚਿੰਨ੍ਹ ਦੇ ਵਿੱਚੋਂ XI ਦੇ ਵਿੱਚੋਂ ਮਾਈਨਸ ਕੀਤਾ ਹੈ, ਸੋ ਉਸ ਨੂੰ ਅਸੀਂ ਐਡ ਵੀ ਕਰਾਂਗੇ। ਸੋ ਇਹ ਸਾਡੇ ਪਾਸ ਹੈ ਜੀ 150 ਪਲੱਸ FIDI ਮਾਈਨਸ 240 ਡਿਵਾਈਡਡ ਬਾਏ 50। 0 ਕੈਂਸਲਸ ਆਊਟ। ਸੋ ਸਾਡੇ ਪਾਸ ਕੀ ਆ ਜਾਂਦਾ ਹੈ 150 ਪਲੱਸ ਮਾਈਨਸ ਇਜ਼ ਮਾਈਨਸ 24 ਡਿਵਾਈਡਡ ਬਾਏ 5। ਇਹ ਆ ਜਾਏਗਾ ਸਾਡੇ ਪਾਸ 4.8। ਸੋ ਸਬਟਰੈਕਟ ਕਰਾਂਗੇ 150, ਵੈਸੇ ਇਸ ਦਾ ਆਂਸਰ ਹੈ ਸਾਡੇ ਪਾਸ 145.2। ਸਾਡੀ ਮੀਨ ਆ ਜਾਏਗੀ 145.2। ਤੁਸੀਂ ਕੈਲਕੂਲੇਟ ਕਰ ਸਕਦੇ ਹੋ 150.0 ਮਾਈਨਸ 4.8। ਸੋ ਕੈਰਿੰਗ 1, 10 minus 8 is 2, 9 minus 4 is 5, here is 4, here is 1। ਸੋ ਇਹ ਸਾਡੀ ਕੀ ਆ ਗਈ ਹੈ ਮੀਨ। ਉਮੀਦ ਹੈ ਤੁਹਾਨੂੰ ਕਾਲਪਨਿਕ ਮੱਧਮਾਨ ਵਿਧੀ, ਜਿਸ ਨੂੰ ਅਸੀਂ ਅਜ਼ਿਊਮਡ ਮੀਨ ਮੈਥਡ ਵੀ ਬੋਲਦੇ ਹਾਂ, ਸਮਝ ਆਇਆ ਹੋਵੇਗਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤਾਂ ਕਿ ਤੁਹਾਨੂੰ ਨਵੇਂ ਵੀਡੀਓਜ਼ ਦੇ ਅਪਡੇਟਸ ਆਉਂਦੇ ਰਹਿਣ। ਸਾਡੇ ਚੈਨਲ 'ਤੇ ਆਉਣ ਲਈ ਧੰਨਵਾਦ।